तरफा बिजली समझौते रद्द करने लई मुख मंत्री कैप्टन अमरिंदर सिंह ने PSPCL ਨੂੰ ਦਿੱਤੇ ਹੁਕਮ। ਤਲਵੰਡੀ ਸਾਬੋ ਵਾਲਾ ਸਮਝੌਤਾ ਰੱਦ ਕਰਨ ਦੇ ਨਿਰਦੇਸ਼, ਕਿਹਾ ਸਾਰੇ ਬਿਜਲੀ ਸਮਝੌਤਿਆਂ ਦੀ ਕੀਤੀ ਜਾਵੇ ਸਮੀਖਿਆ। ਮੌਂਟੇਕ ਕਮੇਟੀ ਨੇ ਕੈਪਟਨ ਸਰਕਾਰ ਨੂੰ ਸੌਂਪੀ ਫਾਈਨਲ ਰਿਪੋर्ट, ਕਿਹਾ ਖਰੀਦ ਸਿਸਟਮ ਚੋਂ ਬਾਹਰ ਆਵੇ ਸਰਕਾਰ, FCI ਤੇ ਹੀ ਛੱਡੇ ਖਰੀਦ, ਬਿਜਲੀ ਸਬਸਿਡੀ ਨੂੰ ਤਰਕਸੰਗਤ ਬਣਾਉਣ ਦੀ ਵੀ ਦਿੱਤੀ ਸਲਾਹ। कैप्टन तो बाद नवजोत सिद्धू ने हाईकमान नाल कीती मुलाकात, 18 नुक्ती एजेंडे ते वर्करां दी फीडबैक ते कीती चर्चा। SC स्कॉलरशिप मामले CBI ने शुरू की जांच, पंजाब सरकार तो 24 अगस्त तक मंगिया ब्यौरा, धर्मसोत नूं क्लीन चिट दे चुके ने कैप्टन। बेअदबी ते कोटकपुरा गोलीकांड नूं लैके जगीर कौर ते हरजिंदर माझी आमो सामने, जगीर कौर ने माझी नूं दस्सिया सी जिम्मेवार, तां माझी ने जगीर कौर नूं बहस दी दित्ती खुली चुनौती। करतारपुर लांघा खोलण लई मुख मंत्री कैप्टन ने प्रधानमंत्री नूं कीती अपील, कोविड हालातां च सुधार दा दित्ता हवाला, किहा कोविड प्रोटोकॉल दा भी रखिया जावेगा पूरा ख्याल। अमरनाथ गुफा के कोल फटिया बदल, BSF ते CRPF के कैंप तबाह, केंद्रीय गृह मंत्री ने LG नूं फोन करके ली जानकारी। सत श्री अकाल, न्यूज़ 18 पंजाब हरियाणा हिमाचल देख रहे दर्शकों का स्वागत। मैं हां अर्शदीप संधू। शुरुआत करते हैं अज की वड्डी खबर दे नाल। बिजली समझौतिਆਂ नाल जुड़ी ये सब तो वड्डी खबर है। सीएम कैप्टन अमरिंदर सिंह ने PSPCL ਨੂੰ निर्देश दिते ने, क्या है कि एक तरफा PPA ने ਜਿਹੜੇ पावर परचेज अग्रीमेंट ने, एक तरफा पावर परचेज अग्रीमेंट ने ਉਹਨਾਂ ਨੂੰ ਰੱਦ करो। कैप्टन ने सारे बिजली समझौतिਆਂ ਦੀ ਸਮੀਖਿਆ ਕਰਨ ਦੇ ਲਈ ਵੀ ਕਿਹਾ ਹੈ। ਇਸ ਦੇ ਨਾਲ ਹੀ ਤਲਵੰਡੀ ਸਾਬੋ ਪਾਵਰ ਪਲਾਂਟ ਨਾਲ ਸਮਝੌਤਾ ਰੱਦ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਬਿਜਲੀ ਸਮਝੌਤਿਆਂ ਨਾਲ ਜੁੜੀ ਇਹ ਸਭ ਤੋਂ ਵੱਡੀ ਖਬਰ ਹੈ। ਹਰਕਤ ਦੇ ਵਿੱਚ ਹੁਣ ਸਰਕਾਰ ਨਜ਼ਰ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਪਾਵਰ ਪਲਾਂਟ ਵਾਲਾ ਜਿਹੜਾ ਸਮਝੌਤਾ ਹੈ ਉਹ ਰੱਦ ਕਰਨ ਦੇ ਨਿਰਦੇਸ਼ ਦਿੱਤੇ ਨੇ। ਨਾਲ ਹੀ ਇਹ ਵੀ ਜਿਹੜਾ ਹੁਕਮ ਦਿੱਤਾ ਹੈ ਕਿ ਇੱਕ ਤਰਫਾ ਜਿਹੜੇ ਵੀ PPA ਨੇ, ਜਿਹੜੇ ਵੀ ਪਾਵਰ ਪਰਚੇਜ਼ ਐਗਰੀਮੈਂਟ ਨੇ, ਉਹਨਾਂ ਨੂੰ ਰੱਦ ਕੀਤਾ ਜਾਵੇ, ਕਿਉਂਕਿ एक पासे झोने की बिजाई के समय, फिर गर्मी के सीजन के समय ਜਿਹੜੀਆਂ ਇਹ ਕੰਪਨੀਆਂ ਨੇ, ਇਹਨਾਂ ਨੇ ਆਪ ਜਿੰਨੀ ਬਿਜਲੀ ਪ੍ਰੋਵਾਈਡ ਕਰਨੀ ਸੀ ਉਨੀ ਬਿਜਲੀ ਪ੍ਰੋਵਾਈਡ ਨਹੀਂ ਕੀਤੀ। ਉਸ ਦੇ ਚੱਲਦੇ ਹੁਣੇ ਫੈਸਲਾ ਲਿਆ ਗਿਆ ਹੈ, ਨਿਰਦੇਸ਼ ਦਿੱਤੇ ਗਏ ਨੇ। ਕੀ ਨੇ ਇਹ ਜਿਹੜੇ ਬਿਜਲੀ ਸਮਝੌਤੇ ਨੇ, ਤੁਹਾਨੂੰ ਦੱਸ ਦਿੰਦੇ ਆ। 3 ਥਰਮਲ ਪਲਾਂਟ ਨੇ ਪੰਜਾਬ ਸਰਕਾਰ ਦੇ ਵਿੱਚ ਇੱਕ ਕਰਾਰ ਹੋਏ ਸੀ। ਰਾਜਪੁਰਾ ਥਰਮਲ ਪਾਵਰ ਪਲਾਂਟ, ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਤੇ ਗੋਇੰਦਵਾਲ ਸਾਹਿਬ ਪਾਵਰ ਪਲਾਂਟ। 2007 ਤੋਂ 2010 ਦੇ ਵਿਚਾਲੇ ਇਹ ਐਗਰੀਮੈਂਟ ਹੋਏ। 3920 ਮੈਗਾਵਾਟ ਸਮਰੱਥਾ ਦੇ ਲਈ ਇਹ ਸਮਝੌਤੇ ਹੋਏ ਸੀ। ਬਿਜਲੀ ਸਮਝੌਤਿਆਂ ਦੇ ਵਿੱਚ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਸੀ, 25 ਸਾਲ ਦੇ ਲਈ ਇਹ ਸਮਝੌਤੇ ਹੋਏ ਸੀ। ਬਿਜਲੀ ਦੀ ਲੋੜ ਨਾ ਹੋਣ ਤੇ ਵੀ ਫਿਕਸ ਚਾਰਜ ਕੰਪਨੀਆਂ ਨੂੰ, ਸਰਕਾਰ ਵੱਲੋਂ ਕੰਪਨੀਆਂ ਨੂੰ ਦੇਣੇ ਪੈਣਗੇ। ਸਪਲਾਈ ਦੇ ਵਿੱਚ ਕਮੀ ਦੇ ਬਾਵਜੂਦ ਵੀ ਕੋਈ ਜੁਰਮਾਨਾ ਨਹੀਂ ਲਾਇਆ ਜਾ ਸਕਦਾ। ਤਲਵੰਡੀ ਸਾਬੋ ਪਾਵਰ ਪਲਾਂਟ 80% ਉਪਲਬਧਤਾ ਤੇ ਫਿਕਸ ਚਾਰजेस ਲੈਂਦਾ ਹੈ। राजपुरा पावर प्लांट 85% उपलब्धता ते जे 91 दिन उत्पादन बंद भी हो जाता है, यानी कि तकरीबन 3 महीने जे उत्पादन नहीं भी हुंदा तां भी कोई जुर्माना नहीं किया जा सकता। पीक सीजन दे विच प्लांट ना भी चले तां भी जुर्माना नहीं हो सकता। ये शर्तां इन्हां पावर परचेज एग्रीमेंट च रखियां गईयां सी। बहुत ਵਧੀਆ ਕਦਮ ਹੈ, ਬਹੁਤ ਵੱਡਾ ਫੈਸਲਾ ਆ ਔਰ ਮੈਂ ਇਹਦਾ ਸਵਾਗਤ ਕਰਦਾ ਹਾਂ ਸਮੁੱਚੇ ਪੰਜਾਬ ਦੇ ਲੋਕਾਂ ਵੱਲੋਂ, ਪੂਰੀ ਪੰਜਾਬੀਅਤ ਵੱਲੋਂ, ਪੂਰੀ ਸਾਡੀ ਕਾਂਗਰਸ ਪਾਰਟੀ ਵੱਲੋਂ, ਪੰਜਾਬ ਵੱਲੋਂ, ਕਿਉਂਕਿ ਜਿੱਥੇ ਅਸੀਂ ਇਹਦੇ ਬਾਰੇ ਦੇ ਵਿੱਚ ਚੋਣਾਂ ਤੋਂ ਪਹਿਲਾਂ ਵੀ ਕਿਹਾ ਸੀਗਾ ਔਰ ਅਕਸਰ ਇਸ ਗੱਲ ਦੇ ਬਾਰੇ ਦੇ ਵਿੱਚ ਕਿਹਾ ਜਾਂਦਾ ਸੀਗਾ कि PPA ਦੇ ਬਾਰੇ ਦੇ ਵਿੱਚ ਸਰਕਾਰ ਕੀ ਕਰੂਗੀ ਔਰ ਪਾਰਟੀ ਨੇ ਆਪਣੇ ਤੌਰ ਤੇ ਇਸ ਮੁੱਦੇ ਨੂੰ ਕਾਫੀ ਵੱਡੇ ਲੈਵਲ ਦੇ ਉੱਤੇ ਚੁੱਕਿਆ ਵੀ। ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਸਾਰੇ ਹੀ ਵਿਧਾਇਕਾਂ, ਮੰਤਰੀਆਂ, ਪਾਰਟੀ ਪ੍ਰਧਾਨ ਸਿੱਧੂ ਸਾਹਿਬ ਵੱਲੋਂ ਕੱਲ੍ਹ ਵੀ ਮੀਟਿੰਗ ਕੀਤੀ ਗਈ ਔਰ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ
ਦਾ ਇਹ ਬਹੁਤ ਵੱਡਾ ਫੈਸਲਾ ਆ। ਪੰਜਾਬ ਦੇ ਲੋਕਾਂ ਦਾ ਵੀ ਸ਼ਾਇਦ ਆਉਣ ਵਾਲੇ ਦਿਨਾਂ 'ਚ ਸਵਾਲ ਆਏਗਾ, ਵਿਰੋਧੀ ਧਿਰਾਂ ਵੀ ਇਸ ਚੀਜ਼ ਦਾ ਸਵਾਲ ਚੁੱਕਣਗੀਆਂ ਕਿ 4.5 ਸਾਲ ਦੇ ਵਿੱਚ ਅਜਿਹਾ ਕਦਮ ਨਹੀਂ ਚੁੱਕਿਆ ਜਾ ਸਕਿਆ। ਕੱਲ ਤੁਹਾਡੇ ਵੱਲੋਂ ਇੱਕ ਮੀਟਿੰਗ ਕੀਤੀ ਗਈ, ਲੱਗਦਾ ਹੈ ਕਿ ਉਸ ਮੀਟਿੰਗ ਦੇ ਵਿੱਚ ਕੋਈ ਘੂਰੀ ਵੱਟੀ ਗਈ ਜਿਹਦਾ ਨਤੀਜਾ ਇੱਕ ਦਿਨ ਬਾਅਦ ਹੀ ਸਾਹਮਣੇ ਆ ਗਿਆ। ਦੇਖੋ ਤੁਸੀਂ ਨਾ ਮੇਰੀ ਗੱਲ ਸੁਣੋ, ਹਰ ਗੱਲ ਦੇ ਵਿੱਚ ਮੀਡੀਆ ਵਾਲੇ ਤੁਸੀਂ ਯਾਰ ਸਾਨੂੰ ਲੜਾਉਣ ਤੇ ਕਿਉਂ ਲੱਗੇ ਰਹਿੰਦੇ ਹੋ? ਨਹੀਂ ਲੜਾਉਣ ਤੇ ਨਹੀਂ, ਅਸੀਂ ਤਾਂ ਇਹ ਕਹਿੰਦੇ ਵੀ ਜੀ ਤੁਹਾਡੀ ਖਬਰ ਕਿੱਡੀ ਸੋਹਣੀ ਬਣ ਗਈ ਹੈ। ਹੁਣ ਕਿਉਂ ਕਾਹਦੇ ਵਾਸਤੇ ਮਸਾਲਾ ਜਿਹਾ ਲਾਉਣ ਲੱਗੇ ਹੋ? ਏਡਾ ਸੋਹਣਾ ਆ, ਮਾੜੇ ਮੋਟੇ ਆਪਣੇ ਉੱਥੇ ਦਫ਼ਤਰ ਦੇ ਵਿੱਚ ਲੱਡੂ ਲੁੱਡੂ ਵੰਡੋ ਵੀ ਪੰਜਾਬ ਦੇ ਲੋਕਾਂ ਦੇ ਹੱਕ ਦੀ। ਨਹੀਂ ਚਲੋ ਫੈਸਲਾ ਲੈ ਗਿਆ ਹੈਗਾ, ਪਰ ਲੱਗਦਾ ਹੈ ਕਿ ਐਡੀ ਜਲਦੀ ਇਹ ਸਮਝੌਤੇ ਰੱਦ ਕਰ ਦਿੱਤੇ ਜਾਣਗੇ। 6 ਮਹੀਨੇ ਦਾ ਸਮਾਂ ਬਚਿਆ ਹੈਗਾ, ਤੁਸੀਂ ਕਹਿਤਾ ਲੱਡੂ ਤਾਂ ਵੰਡ ਦੇਣਗੇ, ਪਰ ਕੀ ਲੱਗਦਾ ਕਿ 6 ਮਹੀਨਿਆਂ ਦੇ ਵਿੱਚ ਹੀ ਇਹ ਸਮਝੌਤੇ ਰੱਦ ਹੋ ਜਾਣਗੇ? ਕੱਲ ਨੂੰ ਕੋਰਟ ਕਚਹਿਰੀਆਂ ਦੇ ਵਿੱਚ ਚਲੇ ਜਾਣਗੇ, ਲੰਮਾ ਪ੍ਰੋਸੀਜਰ ਚਲੇ ਜਾਂਦੇ ਆ, ਤੁਹਾਨੂੰ ਵੀ ਪਤਾ ਇਹ ਗੱਲਾਂ ਦਾ। ਦੇਖੋ ਮੇਰੀ ਇੱਕ ਗੱਲ ਸੁਣੋ ਜੀ ਨੀਤੀ ਤੇ ਨੀਅਤ ਤੁਹਾਡੀ ਆਪਣੀ ਜਿਹੜੀ ਹੋਣੀ ਚਾਹੀਦੀ ਹੈ ਔਰ ਤੁਹਾਡੇ ਅੰਦਰ ਵਿਲ ਹੋਣੀ ਚਾਹੀਦੀ ਹੈ। ਮੈਂ ਇੱਕੋ ਗੱਲ ਕਹੂੰਗਾ, ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ, ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਬਾਰੇ ਦੇ ਵਿੱਚ ਲੜਾਈ ਇਸੇ ਤਰ੍ਹਾਂ ਬਦਦਸਤੂਰ ਜਾਰੀ ਰਹੂ। ਤਾਂ ਕੁਲਜੀਤ ਨਾਗਰਾ ਕਹਿ ਰਹੇ ਨੇ ਫੈਸਲਾ ਲਿਆ ਗਿਆ ਹੈ, ਲੱਡੂ ਜਿਹੜੇ ਆ ਉਹ ਵੰਡੇ ਜਾ ਸਕਦੇ ਆ। ਤਾਂ ਦੂਸਰੇ ਪਾਸੇ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ 4 ਸਾਲ ਪਹਿਲਾਂ ਇਹ ਫੈਸਲਾ ਹੋਣਾ ਚਾਹੀਦਾ ਸੀ। ਉਹਨਾਂ ਨੇ ਕਿਹਾ ਹੈ ਕਿ ਉਮੀਦ ਹੈ ਕਿ ਹੁਣ ਛੇਤੀ ਕਾਰਵਾਈ ਪੀਐਸਪੀਸੀਐਲ ਦੇ ਵੱਲੋਂ ਹੋਵੇਗੀ। ਅਕਾਲੀ ਸਰਕਾਰ ਦੇ ਸਮੇਂ ਹੋਏ ਸਾਰੇ ਸਮਝੌਤਿਆਂ ਦੀ ਜਾਂਚ ਕਰਨ ਦੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ। ਇਹ ਵੀ ਕਿਹਾ ਹੈ ਕਿ ਗਲਤ ਸਮਝੌਤਿਆਂ 'ਚ ਸ਼ਾਮਲ ਅਫਸਰ ਵੀ ਬੇਨਕਾਬ ਕੀਤੇ ਜਾਣ। ਪ੍ਰਤਾਪ ਬਾਜਵਾ ਦਾ ਇਹ ਬਿਆਨ ਹੈ। ਉਹਨਾਂ ਨੇ ਕਿਹਾ ਕਿ ਬਿਜਲੀ ਸਮਝੌਤੇ 4 ਸਾਲ ਪਹਿਲਾਂ ਹੀ ਰੱਦ ਹੋਣੇ ਚਾਹੀਦੇ ਸੀ। 4 ਸਾਲ ਪਹਿਲਾਂ ਹੀ ਇਹ ਜਿਹੜਾ ਫੈਸਲਾ ਹੈ ਉਹ ਆਉਣਾ ਚਾਹੀਦਾ ਸੀ। ਉਮੀਦ ਹੈ ਕਿ ਹੁਣ ਪੀਐਸਪੀਸੀਐਲ ਜਲਦ ਕਾਰਵਾਈ ਕਰੇਗਾ। ਨਾਲ ਹੀ ਇਹ ਵੀ ਕਿਹਾ ਹੈ ਕਿ ਜਿਹੜੇ ਅਫਸਰ ਇਹਨਾਂ ਗਲਤ ਸਮਝੌਤਿਆਂ ਦੇ ਵਿੱਚ ਸ਼ਾਮਲ ਸੀ ਉਹ ਵੀ ਬੇਨਕਾਬ ਕੀਤੇ ਜਾਣੇ ਚਾਹੀਦੇ ਨੇ। ਪ੍ਰਤਾਪ ਬਾਜਵਾ ਨੇ ਟਵੀਟ ਕਰਕੇ ਲਿਖਿਆ ਹੈ ਕਿ ਮੁੱਖ ਮੰਤਰੀ ਵੱਲੋਂ ਪੀਐਸਪੀਸੀਐਲ ਨੂੰ ਅਕਾਲੀ ਭਾਜਪਾ ਸਰਕਾਰ ਦੌਰਾਨ ਕੀਤੇ ਸਾਰੇ ਇੱਕ-ਪਾਸੜ ਪੀਪੀਏ ਨੂੰ ਰੱਦ ਕਰਨ ਜਾਂ ਮੁੜ ਤੋਂ ਵੇਖਣ ਦੇ ਨਿਰਦੇਸ਼ 2017 ਚ ਕੀਤੀ ਗਈ ਪਹਿਲੀ ਇਹ ਕਾਰਵਾਈ ਹੋਣੀ ਚਾਹੀਦੀ ਸੀ। ਮੈਨੂੰ ਆਸ ਹੈ ਕਿ ਇਹਨਾਂ ਸਮਝੌਤਿਆਂ ਨੂੰ ਛੇਤੀ ਨਿਪਟਾਉਣ ਲਈ ਬਿਜਲੀ ਬੋਰਡ ਛੇਤੀ ਕਾਰਵਾਈ ਕਰੇਗਾ। ਇੱਕ ਹੋਰ ਟਵੀਟ ਕੀਤਾ ਤੇ ਲਿਖਿਆ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਪੀਡਾ ਦੇ ਤਹਿਤ ਕੀਤੇ ਗਏ ਸਾਰੇ ਸਮਝੌਤਿਆਂ 'ਚ ਗੜਬੜੀਆਂ ਦੀ ਤੁਰੰਤ ਜਾਂਚ ਕੀਤੀ ਜਾਣੀ ਚਾਹੀਦੀ ਹੈ। ਸੂਬੇ ਲਈ ਅਕਸ਼ੇ ਊਰਜਾ ਖਰੀਦ ਦੇ ਸਬੰਧ 'ਚ ਸਮਝੌਤੇ ਇੱਕ ਪਾਸੜ ਰਹੇ ਹਨ, ਜਿਸ ਨਾਲ ਚੋਣਵੀਆਂ ਕੰਪਨੀਆਂ ਨੂੰ ਫਾਇਦਾ ਹੋਇਆ ਹੈ। ਤੀਸਰਾ ਟਵੀਟ ਵੀ ਕੀਤਾ, ਲਿਖਿਆ ਕਿ ਪੰਜਾਬ ਸਰਕਾਰ ਨੂੰ ਇਹ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਇਹਨਾਂ ਜਨਤਾ ਵਿਰੋਧੀ ਸਮਝੌਤਿਆਂ 'ਚ ਸ਼ਾਮਲ ਅਧਿਕਾਰੀ ਕੌਣ ਸਨ। ਇਸ ਤੋਂ ਇਲਾਵਾ ਸੂਰਜੀ ਸਮਝੌਤਾ ਮਾਫੀਆ 'ਚ ਸ਼ਾਮਲ ਸਿਆਸੀ ਆਗੂਆਂ ਤੇ ਦੂਜੇ ਵਿਅਕਤੀਆਂ ਨੂੰ ਛੇਤੀ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ। ਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਸਮਝੌਤਿਆਂ ਨੂੰ ਲਏ ਗਏ ਫੈਸਲੇ ਨੂੰ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਕਰਾਰ ਦਿੱਤਾ ਹੈ। ਕੁਲਤਾਰ ਸੰਧਵਾ ਨੇ ਕਿਹਾ ਕਿ ਹੁਣ ਕਾਰਵਾਈ ਹੋਣੀ ਚਾਹੀਦੀ ਹੈ, ਸਿਰਫ ਐਲਾਨ ਹੀ ਨਾ ਰਹਿ ਜਾਵੇ। 4.5 ਸਾਲ ਪੰਜਾਬ ਦੇ ਲੋਕਾਂ ਦਾ ਖੂਨ ਪੀਤਾ ਮਹਿੰਗੀ ਬਿਜਲੀ ਨੇ, ਔਰ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਇਹ ਕਹਿ ਰਹੀ ਸੀ ਵੀ ਗਲਤ ਬਣੇ ਹੋਏ ਨੇ। ਬਾਦਲ ਸਰਕਾਰ ਨੇ ਕਰਪਸ਼ਨ ਕਰਕੇ ਮਹਿੰਗੀ ਬਿਜਲੀ ਦਾ ਬੋਝ ਪੰਜਾਬੀਆਂ ਦੇ ਸਿਰ ਤੇ ਪਾਇਆ ਹੋਇਆ ਹੈ। ਇਹਨਾਂ ਜਿਹੜੇ ਪੀਪੀਏਜ਼ ਆ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਉਹ ਰੱਦ ਕੀਤੇ ਜਾਣ, ਔਰ 4.5 ਸਾਲ ਬਾਅਦ ਅੱਜ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਵੀ ਅਸੀਂ ਰੱਦ ਕਰਾਂਗੇ। ਪਹਿਲੀ ਗੱਲ ਤਾਂ ਇਹ ਹੈ ਵੀ ਇਹ ਆਮ ਆਦਮੀ ਪਾਰਟੀ ਦੀ ਜਿੱਤ ਹੈ। ਦੂਜੀ ਗੱਲ, ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਹਲੇ ਤੱਕ ਕੱਲੇ ਐਲਾਨ ਹੈ, ਇੱਕ ਵੀ ਕੰਮ ਇਹਨਾਂ ਨੇ ਪੰਜਾਬੀਆਂ ਦੇ ਹੱਕ ਦੇ ਵਿੱਚ ਕੀਤਾ ਨਹੀਂ ਹੈ, ਔਰ ਇਹਨਾਂ ਨੂੰ ਜਲਦੀ ਤੋਂ ਜਲਦੀ ਇਹ ਕਰ ਦੇਣਾ ਚਾਹੀਦਾ, ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਹਰਜਾ ਹੋ ਰਿਹਾ, ਮਰੀਜ਼ਾਂ ਦਾ ਨੁਕਸਾਨ ਹੋ ਰਿਹਾ ਘਰਾਂ ਦੇ ਜਿਹੜੇ ਪਏ ਨੇ, ਕਿਉਂਕਿ ਲੋਕਾਂ ਦੇ ਤਾਂ ਮੀਟਰ ਹੀ ਪੱਟੇ ਗਏ ਮਹਿੰਗੀ ਬਿਜਲੀ ਕਾਰਨ। ਸੋ ਜਲਦੀ ਤੋਂ ਜਲਦੀ ਇਹ ਹੋਣਾ ਚਾਹੀਦਾ। ਤੇ ਇਸ ਸਭ ਦੇ ਵਿਚਾਲੇ ਮੌਂਟੇਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਫਾਈਨਲ ਰਿਪੋਰਟ ਸੌਂਪ ਦਿੱਤੀ ਹੈ, ਜਿਸ ਦੇ ਵਿੱਚ ਬਿਜਲੀ ਸਬਸਿਡੀ ਖਤਮ ਕਰਨ ਦੀ ਸਿਫਾਰਿਸ਼ ਕੀਤੀ ਹੈ ਤੇ ਖਰੀਦ ਸਿਸਟਮ ਦੇ ਵਿੱਚੋਂ ਵੀ ਸਰਕਾਰ ਨੂੰ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਰਿਪੋਰਟ ਦੇਖੋ। ਆਰਥਿਕ ਮਾਮਲੇ ਦੇ ਮਾਹਰ ਮੌਂਟੇਕ ਸਿੰਘ ਆਲੂਵਾਲੀਆ ਦੀ ਅਗਵਾਈ 'ਚ ਗਠਿਤ ਕੀਤੀ ਗਈ ਕਮੇਟੀ ਨੇ ਆਪਣੀ ਫਾਈਨਲ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ। ਕੈਪਟਨ ਸਰਕਾਰ ਨੇ ਕੋਰੋਨਾ ਕਾਰਨ ਪੰਜਾਬ ਨੂੰ ਵੱਜੀ ਆਰਥਿਕ ਸੱਟ ਤੋਂ ਉਬਾਰਨ ਦੇ ਲਈ ਕੀ ਕਦਮ ਚੁੱਕੇ ਜਾ ਸਕਦੇ ਨੇ, ਇਸ ਬਾਰੇ ਆਰਥਿਕ ਮਾਹਰਾਂ ਤੋਂ ਸਲਾਹ ਲੈਣ ਦੇ ਲਈ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਹੁਣ ਆਪਣੀ ਰਿਪੋਰਟ ਸੌਂਪ ਦਿੱਤੀ ਹੈ, ਜਿਸ 'ਚ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਕਈ ਸਿਫਾਰਸ਼ਾਂ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਗੱਲ ਬਿਜਲੀ ਸਬਸਿਡੀ ਦੀ ਕਰਦੇ ਹਾਂ।
ਮੌਂਟੇਕ ਕਮੇਟੀ ਨੇ ਬਿਜਲੀ ਸਬਸਿਡੀ ਨੂੰ ਵਿਹਾਰਕ ਬਣਾਉਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਸਰਕਾਰ ਅਣਮਿੱਥੇ ਸਮੇਂ ਲਈ ਬਿਜਲੀ ਤੇ ਸਬਸਿਡੀ ਨਹੀਂ ਦੇ ਸਕਦੀ। ਆਪਣੀ ਅੰਤਰਿਮ ਰਿਪੋਰਟ 'ਚ ਵੀ ਕਮੇਟੀ ਨੇ ਸਿਫਾਰਿਸ਼ ਕੀਤੀ ਸੀ, ਪਰ ਉਸ ਵੇਲੇ ਕਿਸਾਨਾਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਕੈਪਟਨ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਕਿਸਾਨਾਂ ਨੂੰ ਬਿਜਲੀ ਤੇ ਮਿਲਦੀ ਸਬਸਿਡੀ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਮੇਟੀ ਨੇ ਮਹਿੰਗੇ ਬਿਜਲੀ ਬਣਾਉਣ ਵਾਲੇ 2 ਪਲਾਂਟ ਬੰਦ ਕਰਨ ਦਾ ਸੁਝਾਅ ਦਿੱਤਾ ਹੈ। ਨਾਲ ਹੀ ਇੰਡਸਟਰੀ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਤੇ ਵੀ ਜ਼ੋਰ ਦਿੱਤਾ ਹੈ। ਇਸ ਤੋਂ ਇਲਾਵਾ ਕਮੇਟੀ ਨੇ ਸਰਕਾਰ ਨੂੰ ਅਨਾਜ ਖਰੀਦ ਦੀ ਪ੍ਰਕਿਰਿਆ 'ਚੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਸੂਬਾ ਸਰਕਾਰ ਨੂੰ ਖਰੀਦ ਦੀ ਪੂਰੀ ਪ੍ਰਕਿਰਿਆ FCI ਤੇ ਛੱਡ ਦੇਣੀ ਚਾਹੀਦੀ ਹੈ। ਘਾਟੇ 'ਚ ਚੱਲ ਰਹੀਆਂ ਸਰਕਾਰੀ ਕੰਪਨੀਆਂ ਨੂੰ ਬੰਦ ਕਰਨ ਜਾਂ ਇਹਨਾਂ ਦੀ ਨਿੱਜੀਕਰਨ ਦਾ ਸੁਝਾਅ ਦਿੱਤਾ ਗਿਆ ਹੈ। ਨਾਲ ਹੀ ਪੰਜਾਬ ਰੋਡਵੇਜ਼ ਦਾ ਪੈਪਸੂ 'ਚ ਰਲੇਵਾ ਕਰਨ ਦੀ ਸਿਫਾਰਿਸ਼ ਕੀਤੀ ਹੈ। ਕਮੇਟੀ ਨੇ ਕਿਹਾ ਹੈ ਕਿ ਜੇਕਰ ਰਲੇਵਾ ਨਹੀਂ ਹੋ ਸਕਦਾ ਤਾਂ ਪੰਜਾਬ ਰੋਡਵੇਜ਼ ਨੂੰ ਘੱਟੋ-ਘੱਟ ਕਾਰਪੋਰੇਸ਼ਨ ਬਣਾ ਦਿੱਤਾ ਜਾਵੇ। ਸੁਸਾਇਟੀਆਂ ਦੇ ਰੈਵਨਿਊ 'ਚ ਵੀ ਪਾਰਦਰਸ਼ਤਾ ਲਿਆਉਣ ਦੇ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਨੂੰ ਲੈ ਕੇ ਵੀ ਕਮੇਟੀ ਵੱਲੋਂ ਸਿਫਾਰਸ਼ਾਂ ਕੀਤੀਆਂ ਗਈਆਂ। ਕਮੇਟੀ ਦਾ ਕਹਿਣਾ ਹੈ ਕਿ ਜੇਕਰ ਸੂਬੇ ਦੀ ਮਾਲੀ ਹਾਲਤ ਸੁਧਾਰਨੀ ਹੈ ਤਾਂ ਸਰਕਾਰੀ ਮੁਲਾਜ਼ਮਾਂ ਦਾ ਪੇ ਸਕੇਲ ਕੇਂਦਰ ਦੇ ਬਰਾਬਰ ਕੀਤਾ ਜਾਵੇ। ਇਸ ਤੋਂ ਇਲਾਵਾ ਅਗਲੇ ਕੁਝ ਸਾਲਾਂ ਤੱਕ ਪੁਲਿਸ ਦੀਆਂ ਭਰਤੀਆਂ ਨਾ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਨਾਜਾਇਜ਼ ਉਸਾਰੀਆਂ ਨੂੰ ਰੈਗੂਲਰਾਈਜ਼ ਕਰਨ ਅਤੇ ਸਰਕਾਰੀ ਜ਼ਮੀਨ ਨੂੰ ਨੀਤੀ ਬਣਾ ਕੇ ਵੇਚਣ ਦੇ ਲਈ ਕਿਹਾ ਗਿਆ ਹੈ। ਮੌਂਟੇਕ ਕਮੇਟੀ ਨੇ ਸ਼ਰਾਬ ਅਤੇ ਐਕਸਾਈਜ਼ ਡਿਊਟੀ ਵਧਾਉਣ ਦੀ ਵੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ ਸੂਬਾ ਸਰਕਾਰ ਇਸ ਨੂੰ ਲਾਗੂ ਕਰ ਚੁੱਕੀ ਹੈ। ਕੁੱਲ ਮਿਲਾ ਕੇ ਮੌਂਟੇਕ ਕਮੇਟੀ ਨੇ ਸਰਕਾਰ ਨੂੰ ਪੁਰਾਣੀਆਂ ਨੀਤੀਆਂ 'ਚ ਬਦਲਾਅ ਕਰਨ ਦੇ ਲਈ ਕਿਹਾ ਹੈ। ਹਾਲਾਂਕਿ ਪੁਰਾਣੀ ਨੀਤੀਆਂ ਨੂੰ ਸਿਆਸੀ ਤੌਰ ਤੇ ਛੱਡਣਾ ਮੁਸ਼ਕਲ ਹੈ, ਪਰ ਇਸ 'ਚੋਂ ਨਿਕਲਣਾ ਜ਼ਰੂਰੀ ਹੈ। ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਹੁਣ ਵੇਖਣਾ ਹੋਵੇਗਾ ਕਿ ਸਰਕਾਰ ਦਾ ਇਹਨਾਂ ਸਿਫਾਰਸ਼ਾਂ ਪ੍ਰਤੀ ਕੀ ਰੁਖ ਰਹਿੰਦਾ ਹੈ। ਬਿਊਰੋ ਰਿਪੋਰਟ, ਨਿਊਜ਼ 18। ਤੇ ਉਧਰ ਐਸਸੀ ਸਕਾਲਰਸ਼ਿਪ ਮਾਮਲੇ ਦੇ ਵਿੱਚ ਸੀਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਸ਼ਿਕਾਇਤ ਦੇ ਆਧਾਰ ਤੇ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਹੈ। ਸੀਬੀਆਈ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਦਾ ਬਿਊਰਾ ਮੰਗਿਆ ਹੈ। ਪੰਜਾਬ ਸਰਕਾਰ ਨੂੰ 24 ਅਗਸਤ ਤੱਕ ਬਿਊਰਾ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ ਸਰਕਾਰ ਦੀ ਟੀਮ ਨੇ ਮੰਤਰੀ ਧਰਮਸੋਤ ਨੂੰ ਪਹਿਲਾਂ ਹੀ ਕਲੀਨ ਚਿੱਟ ਦੇ ਦਿੱਤੀ ਸੀ। स्कॉलरशिप का जो स्कैम पंजाब के अंदर होया सी, उस स्कैम की सारे ही प्रदेश ने, सारिया ही पार्टियां ने जांच की मंग की सी। 300 करोड़ रुपया SC गरीब भाईचारे के स्टूडेंट्स का पंजाब की कैप्टन अमरिंदर सिंह की सरकार और मंत्री और संतरी मिल के खा गए और उन्होंने ही सरकार के एडिशनल चीफ सैकटरी उन्हें ही इस गल चुकया सी। लेकिन दुख है कि कैप्टन अमरिंदर सिंह ने उन्होंने क्लीन चिट दे दी सी। अज CBI की एंटी करप्शन ब्रांच ने जो पेपर जब्त करने शुरू किए, पेपर मंग की है, पोस्ट मैट्रिक स्कॉलरशिप के स्टूडेंट्स को राहत मिली है। उन्होंने विश्वास जागया है कि जो उन्होंने एक पैसा कांग्रेस की कैप्टन अमरिंदर सिंह की सरकार ने गलत हत्था च दिता है, चोरी किया है, षड्यंत्र होया, घोटाला होया। ਤੇ ਹੁਣ ਗੱਲ ਕਰਦੇ ਹਾਂ ਕੋਰੋਨਾ ਵਾਇਰਸ ਦੀ। ਕੋਵਿਡ-19 ਮਹਾਮਾਰੀ ਨੇ ਆਪਸੀ ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਪੂਰਾ ਦੇਸ਼ ਇਸ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਸਕੇ। ਵੈਕਸੀਨੇਸ਼ਨ ਦੇ ਐਲਾਨ ਤੋਂ ਬਾਅਦ ਜ਼ਰੂਰਤ ਹੋਏਗੀ ਕਿ ਅਸੀਂ ਵੀ ਆਪਣਾ ਮੋਰੀ ਯੋਗਦਾਨ ਦਈਏ, ਜਿਸ ਨਾਲ ਅਸੀਂ ਇੱਕੋ ਸਮੇਂ ਇਸ ਵਾਇਰਸ ਨੂੰ ਹਰਾਉਣ ਦੇ ਵੱਲ ਕਦਮ ਵਧਾ ਸਕੀਏ। ਤੇ ਨੈਟਵਰਕ 18 ਇਸ ਮੁਹਿੰਮ ਦੇ ਵਿੱਚ ਹਰ ਕਦਮ ਤੇ ਤੁਹਾਡੇ ਨਾਲ ਹੋਵੇਗਾ। ਜਦ ਤੱਕ ਸਾਰੇ ਸੁਰੱਖਿਅਤ ਨਹੀਂ ਹੁੰਦੇ, ਉਦੋਂ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੋਵੇਗਾ। ਇਸੇ ਸੋਚ ਦੇ ਆਧਾਰ ਤੇ ਕੈਂਪੇਨ ਸੰਜੀਵਨੀ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵੈਕਸੀਨ ਪਾਉਣਾ ਸਾਰੇ ਭਾਰਤੀਆਂ ਦਾ ਅਧਿਕਾਰ ਹੈ। टीका लगा,